ਦੋਸਤੋ ਅੱਜ ਆਪਾਂ ਕੁਲਵੀਰ ਬਡੇਸਰੋਂ ਦੇ ਕਥਾ ਜਗਤ ਦੇ ਬਾਰੇ, ਖਾਸ ਕਰਕੇ ਉਸ ਦੀਆਂ ਪਿਛਲੇ ਦਿਨੀ ਜੋ 2 ਕਹਾਣੀਆਂ ਪ੍ਰਕਾਸ਼ਿਤ ਹੋਈਆਂ ਹਨ ਉਹਨਾਂ ਦੇ ਬਾਰੇ ਗੱਲ ਕਰਾਂਗੇ। ਅਦਬ ਦਾ ਇੱਕ ਅਹਿਮ ਉਦੇਸ਼ ਪਾਠਕ ਨੂੰ ਅਧਿਐਨ ਦੇ ਰਾਹੀਂ ਕਿਸੇ ਅਜਿਹੇ ਅਨੁਭਵ ਦੇ ਰੂਬਰੂ ਕਰਨਾ ਵੀ ਹੁੰਦਾ ਹੈ ਜਿਸ ਦੇ ਨਾਲ ਉਸ ਦਾ ਵਾਸਤਾ ਸਿੱਧਾ ਘੱਟ, ਸਿਫਰ ਤੇ ਜਾਂ ਨਾਮ ਮਾਤਰ ਹੋਵੇ। ਸਾਹਿਤ ਨੂੰ ਪੜ੍ਹਨ ਦਾ ਪਾਠਕ ਦਾ ਇੱਕ ਇਹ ਵੀ ਪ੍ਰਯੋਜਨ ਹੁੰਦਾ ਹੈ। ਕਾਰਨ ਇਹ ਕਿ ਕੋਈ ਵੀ ਵਿਅਕਤੀ ਆਪਣੇ ਜੀਵਨ ਦੇ ਦੌਰਾਨ ਹਰ ਤਰ੍ਹਾਂ ਦਾ ਅਨੁਭਵ ਹਾਸਲ ਨਹੀਂ ਕਰ ਸਕਦਾ। ਇਹੀ ਨਹੀਂ, ਕਿਸੇ ਕਿੱਤੇ ਜਾਂ ਪੱਖ ਦੀ ਬਾਰੀਕ ਜਾਣਕਾਰੀ ਹਾਸਲ ਕਰਨ ਲਈ ਉਸ ਨਾਲ ਦੇਰ ਤੱਕ ਨੇੜੇ ਤੋਂ ਜੁੜਨਾ ਪੈਂਦਾ। ਦੋਸਤੋ, ਹਿੰਦੀ ਸਿਨੇਮਾ ਜਾਂ ਟੀਵੀ ਜਗਤ ਬਾਰੇ ਆਪਣੇ ਸਿੱਧੇ ਅਨੁਭਵ ਦੇ ਆਧਾਰ ਤੇ ਲਿਖਣ ਵਾਲੀ ਸਾਡੇ ਕੋਲ ਇਕਲੌਤੀ ਕਥਾਕਾਰਾ ਕੁਲਵੀਰ ਬਡੇਸਰੋਂ ਹੈ, ਜਿਸ ਦੀਆਂ ਕਹਾਣੀਆਂ ਮੁੰਬਈ ਜੀਵਨ ਸ਼ੈਲੀ ਦੇ ਫਿਲਮੀ ਪੱਖ ਤੇ ਸੂਖਮ ਝਾਤ ਪਵਾਉਂਦੀਆਂ ਨੇ। ਇਸ ਸਾਲ ਕੁਲਵੀਰ ਦੀਆਂ 2 ਕਹਾਣੀਆਂ, ਆਕਰੋਸ਼ ਜੋ ਸਿਰਜਣਾ ਦੇ 200ਵੇਂ ਅੰਕ ਵਿੱਚ ਛਪੀ ਹੈ ਅਤੇ ਮਜਬੂਰੀ ਜੋ ਕਹਾਣੀ ਧਾਰਾ ਦੇ 61ਵੇਂ ਅੰਕ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ, ਪਾਠਕਾਂ ਦੇ ਸਨਮੁਖ ਹਨ। ਮਜਬੂਰੀ ਇੱਕ ਸ਼ਕਤੀਸ਼ਾਲੀ ਕਹਾਣੀ ਹੈ ਜਿਸ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਪਰਦੇ ਤੇ ਚਮਕਣ ਵਾਲੇ ਸਿਤਾਰਿਆਂ ਦਾ ਵੀ ਅਕਸਰ ਡੂੰਘੇ ਹਨੇਰਿਆਂ ਨਾਲ ਵਾਹ ਪੈਂਦਾ ਹੈ ਤੇ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ, ਕਿ ਨਿੱਜੀਕਰਨ ਦਾ ਜਲਵਾ ਸਿਨੇ ਜਗਤ ਵਿੱਚ ਆਪਣੇ ਪੂਰੇ ਜਲਾਅ ਵਿੱਚ ਹਾਜ਼ਰ ਹੈ, ਕਿ ਦਾਅ ਪੇਚ ਹਰ ਕਿੱਤੇ, ਹਰ ਖੇਤਰ ਵਿੱਚ ਘੁਸਪੈਠ ਨਹੀਂ ਕਰ ਚੁੱਕੇ, ਸਗੋਂ ਇਹ ਮਾਨਵੀ ਫਿਤਰਤ ਦਾ ਅਟੁੱਟ ਹਿੱਸਾ ਹਨ, ਕਿ ਸੰਵੇਦਨਸ਼ੀਲ ਹਿਰਦੇ ਹਰੇਕ ਥਾਂ ਬਲੂੰਦਰੇ ਜਾਂਦੇ ਹਨ, ਕਿ ਮਾਨਸਿਕ ਪੀੜਾ ਦੇ ਕਿੰਨੇ ਪਸਾਰ ਹਨ, ਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਇੱਕ ਸਰਵ ਵਿਆਪੀ ਕੌੜੀ ਸੱਚਾਈ ਹੈ, ਕਿ ਕਾਰਲ ਮਾਰਕਸ ਦਾ ਪੈਸਾ ਜਿਵੇਂ ਨਚਾਈ ਜਾਂਦਾ ਵਾਲਾ ਇੱਕ ਅਟਲ ਯਥਾਰਥ ਹੈ, ਕਿ ਨੈਤਿਕ ਕਦਰਾਂ ਕੀਮਤਾਂ ਦਾ ਢੰਡੋਰਾ ਸਿਰਫ ਉਹੀ ਪਿੱਟਦਾ ਜਿਸ ਨੂੰ ਇਸ ਦਾ ਫਾਇਦਾ ਹੁੰਦਾ ਹੈ। ਦੂਜੀ ਧਿਰ ਨੂੰ ਕਾਬੂ 'ਚ ਰੱਖਣ ਲਈ ਕਿ ਜਿੰਨਾ ਵੱਧ ਪੈਸਾ ਜਾਂ ਤਾਕਤ ਕਿਸੇ ਕੰਮ ਦੇ ਵਿੱਚ ਇਨਵੋਲਵ ਹੁੰਦੀ ਹੈ, ਸੱਚਾਈ ਉਨੀ ਹੀ ਕਠੋਰ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ। ਕੁਲਵੀਰ ਦੀ ਕਲਮ ਵਿੱਚ ਲੋੜੇ ਦਾ ਵਹਾਓ ਇੱਕ ਅਲੌਕਿਕ ਤਲਿਸਮ ਸਿਰਜਦਾ ਹੈ ਜੋ ਉਸਦੇ ਸਿੱਧੇ ਫਿਲਮੀ ਜਾਂ ਟੀਵੀ ਜਗਤ ਦੇ ਅਨੁਭਵ, ਕਥਾ ਜਗਤ ਦੀ ਸਮਝ ਅਤੇ ਪੰਜਾਬੀ ਬੋਲੀ ਇਤਿਹਾਸ ਦਾ ਅਬੂਰ ਕਰਕੇ ਹੈ। ਭਾਵੇਂ ਕਿ ਕਹਾਣੀ ਦੇ ਵਿੱਚ ਅੰਗਰੇਜ਼ੀ, ਹਿੰਦੀ ਅਤੇ ਉਰਦੂ ਸ਼ਬਦਾਂ ਦੀ ਭਰਮਾਰ ਹੈ, ਪਰ ਇਹ ਸ਼ਬਦ ਰੜਕਣ ਦੀ ਥਾਂ ਵਿਲੱਖਣ ਟੁਣਕਾਰ ਪੈਦਾ ਕਰਕੇ ਫਿਲਮੀ ਜੀਵਨ ਦੀ ਪੇਸ਼ਕਾਰੀ ਨੂੰ ਹੋਰ ਸਜੀਵ ਅਤੇ ਸੁਭਾਵਿਕ ਬਣਾਉਂਦੇ ਹਨ। ਕਹਾਣੀਆਂ ਦੇ ਪਾਠ ਤੋਂ ਕੁਲਵੀਰ ਦੇ ਸੰਵੇਦਨਸ਼ੀਲ ਸੁਭਾਅ, ਰਿਸ਼ਤਿਆਂ ਦੇ ਆਰ-ਪਾਰ ਵੇਖਣ ਦੀ ਜਾਂਚ ਯੁਕਤ, ਅਨੁਭਵ ਨੂੰ ਅਨੂਠੇ ਕਥਾ ਜਗਤ ਵਿੱਚ ਢਾਲਣ ਦੀ ਕਲਾਤਮਿਕ ਪ੍ਰਤਿਭਾ ਅਤੇ ਵਰਤਾਰਿਆਂ ਪ੍ਰਤੀ ਸੂਖਮ ਦ੍ਰਿਸ਼ਟੀ ਦਾ ਪ੍ਰਮਾਣ ਮਿਲਦਾ ਹੈ। ਉਸਦੀ ਕਥਾ ਦ੍ਰਿਸ਼ਟੀ ਸਿੱਧੀ ਪੱਧਰੀ ਨਹੀਂ, ਸਗੋਂ ਵਰਤਾਰਿਆਂ ਦੇ ਤਹਿ ਤੱਕ ਜਾਣ, ਸਮਝਣ ਅਤੇ ਪੇਸ਼ ਕਰਨ ਅਤੇ ਵਿਸ਼ਲੇਸ਼ਣ ਕਰਨ ਦੀ ਸੀਮਾ ਉਲੰਘਦੀ ਦਿਖਾਈ ਦਿੰਦੀ ਹੈ। ਸੁਪਨ ਨਗਰੀ ਦੀ ਬਨਾਵਟੀ ਦੁਨੀਆ ਦੀ ਅਸਲ ਤਸਵੀਰ ਵੇਖਣ ਲਈ ਕੁਲਵੀਰ ਦੀਆਂ ਕਹਾਣੀਆਂ ਦਾ ਅੰਤਰ ਪਾਠ ਸਾਨੂੰ ਜੀਵਨ ਦੇ ਕਰੂਰ ਯਥਾਰਥ ਦੇ ਕਈ ਪਹਿਲੂਆਂ ਨੂੰ ਸਮਝਣ ਅਤੇ ਸਮਾਜਿਕ ਸਿਧਾਂਤਾਂ ਨੂੰ ਘੜਨ ਦੇ ਨਾਲ-ਨਾਲ ਜੀਵਨ ਦੀਆਂ ਪੇਚੀਦਗੀਆਂ ਨੂੰ ਆਪਣੇ ਸਮੁੱਚ ਵਿੱਚ ਸਮਝਣ ਦੇ ਔਜ਼ਾਰ ਮੁਹੱਈਆ ਕਰਦੀਆਂ ਨੇ, ਕਿਉਂਕਿ ਜਿੱਥੇ ਦੌਲਤ, ਸ਼ੌਹਰਤ ਅਤੇ ਤਾਕਤ ਆਪਣੀ ਚਰਮ ਸੀਮਾ ਤੇ ਹੋਣ ਕਰਕੇ ਆਕਰਸ਼ਣ ਵੀ ਆਸਮਾਨ ਨੂੰ ਛੂੰਹਦਾ ਹੈ। ਇਹ ਉਹ ਜੀਵਨ ਹੈ ਜਿਸ ਨੂੰ ਬਹੁਤੇ ਦਰਸ਼ਕ ਆਦਰਸ਼ ਸਮਝ ਕੇ ਇਸ ਖਵਾਬ ਦੀ ਪੂਰਤੀ ਲਈ ਆਪਣਾ ਸਭ ਕੁਝ ਦਾਅ ਤੇ ਲਗਾ ਦਿੰਦੇ ਨੇ। ਜੀਵਨ ਦੇ ਇਸ ਅਨੂਠੇ ਅਨੁਭਵ ਦੀ ਪੇਸ਼ਕਾਰੀ ਜਿੱਥੇ ਰੌਚਕ ਹੈ, ਉੱਥੇ ਔਖੀ ਵੀ ਹੈ। ਕੁਲਵੀਰ ਦੀਆਂ ਕਹਾਣੀਆਂ ਇਸ ਗੱਲ ਦੀ ਸਾਖੀ ਭਰਦੀਆਂ ਹਨ ਕਿ ਉਸਨੇ ਇਹ ਪ੍ਰੀਖਿਆ ਸਫਲਤਾ ਸਹਿਤ ਉਤੀਰਨ ਕੀਤੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵੀਰ ਬਡੇਸਰੋਂ। ਮੈਂ ਅੱਜ ਆਪਣੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਿਸ ਦਾ ਸਿਰਲੇਖ ਹੈ ਤੂੰ। ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ, ਆਪਣੇ ਵਿਚਾਰ ਜ਼ਰੂਰ ਦੱਸਣਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕਹਾਣੀ ਸ਼ੁਰੂ ਕਰਦੀ ਹਾਂ ਜਿਸ ਦਾ ਸਿਰਲੇਖ ਹੈ ਤੂੰ। ਦੁਨੀਆ ਇੰਨੀ ਖੂਬਸੂਰਤ ਵੀ ਹੋ ਸਕਦੀ ਹੈ, ਇੰਨੀ ਪਿਆਰੀ ਤੇ ਦਿਲਕਸ਼, ਇਹ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਸੀ। ਖਾਸ ਕਰਕੇ ਇਹ ਸ਼ਹਿਰ ਵੀ ਮੈਨੂੰ ਇੰਨਾ ਚੰਗਾ ਲੱਗਣ ਲੱਗ ਪਿਆ ਜਿਸ ਨੇ ਮੈਨੂੰ ਹੁਣ ਤੱਕ ਸਿਵਾਏ ਹਾਰ, ਮਾਯੂਸੀ ਤੇ ਜ਼ਿਲਤ ਤੋਂ ਬਿਨਾਂ ਕੁਝ ਨਹੀਂ ਸੀ ਦਿੱਤਾ। ਸ਼ਹਿਰ ਦਾ ਉਹ ਸਸਤਾ ਬੜਾ ਸੜੀਅਲ ਜਿਹਾ ਕੋਨਾ ਜਿੱਥੇ ਮੈਂ ਰਹਿੰਦਾ ਸਾਂ, ਜਿੱਥੇ ਮਣ ਕੂੜੇ ਦੇ ਢੇਰ ਹਰ ਪਾਸੇ ਲੱਗੇ ਰਹਿੰਦੇ ਸਨ, ਮੈਨੂੰ ਬੁਰੇ ਲੱਗਣੇ ਹਟ ਗਏ। ਉਹ ਕੱਚੇ ਤੇ ਪੱਕੇ ਰਾਹ ਜਿੱਥੇ ਬਰਸਾਤ ਦੇ ਦਿਨਾਂ 'ਚ ਗੋਡੇ ਚਿੱਕੜ ਤੇ ਪਾਣੀ ਵਿੱਚ ਕੂੜਾ ਰਲ ਕੇ ਉਹ ਕੋਝੇ ਦ੍ਰਿਸ਼ ਪੇਸ਼ ਕਰਦਾ ਸੀ ਕਿ ਪੁੱਛੋ ਨਾ। ਉਹਨਾਂ ਬਦਬੂਦਾਰ ਤੇ ਬਦਨੁਮਾ ਰਾਹਾਂ ਤੇ ਚੱਲ ਕੇ ਹੁਣ ਮੇਰਾ ਮਨ ਕ੍ਰਿਜਣੋਂ ਹਟ ਗਿਆ, ਕਿਉਂਕਿ ਉਹਨਾਂ ਰਾਹਾਂ ਤੇ ਚਲਦਿਆਂ ਮੈਂ ਰਾਹਾਂ ਬਾਰੇ ਨਹੀਂ, ਤੇਰੇ ਬਾਰੇ ਸੋਚਦਾ ਰਹਿੰਦਾ ਸੀ। ਮੈਂ ਤੇ ਇਸ ਕ੍ਰਿਸ਼ਮੇ ਤੇ ਵੀ ਹੈਰਾਨ ਸਾਂ ਕਿ ਕੋਈ ਹੋਰ ਪਲ ਹਰ ਸਾਹ ਨਾਲ ਸਿਰਫ ਇੱਕੋ ਬੰਦੇ ਬਾਰੇ
ਕਿਵੇਂ ਸੋਚ ਸਕਦਾ ਹੈ। ਇੱਥੋਂ ਤੱਕ ਜੇ ਕਿਸੇ ਹੋਰ ਨਾਲ ਵੀ ਗੱਲ ਵੀ ਕਰ ਰਿਹਾ ਹੋਵਾਂ, ਕਿਸੇ ਹੋਰ ਬਾਰੇ ਕੁਝ ਸੋਚ ਵੀ ਰਿਹਾ ਹੋਵਾਂ, ਤਾਂ ਵੀ ਉਹ ਇੱਕ ਬੰਦੇ ਬਾਰੇ ਜ਼ਰੂਰ ਸੋਚ ਰਿਹਾ ਹੋਵਾਂ ਜਿਸ ਬਾਰੇ ਹਰ ਪਲ ਸੋਚਦਾ ਰਿਹਾ ਹਾਂ। ਜਿਵੇਂ ਕਿਸੇ ਇੱਕ ਦਾ ਕਿਸੇ ਜਗ੍ਹਾ ਪੱਕਾ ਟਿਕਾਣਾ ਹੋਵੇ ਤੇ ਬਾਕੀ ਆਉਂਦੇ ਜਾਂਦੇ ਚਲੇ ਜਾਂਦੇ ਹੋਣ। ਮੈਂ ਇਸ ਅਹਿਸਾਸ ਬਾਰੇ ਪੜ੍ਹਿਆ ਸੀ, ਸੁਣਿਆ ਸੀ, ਪਰ ਆਪਣੇ ਦਿਲੋਂ ਦਿਮਾਗ ਤੇ ਮਹਿਸੂਸ ਪਹਿਲੀ ਵਾਰ ਕੀਤਾ ਸੀ ਕਿ ਕਿਸੇ ਨੂੰ ਕੋਈ ਇੰਨਾ ਚੰਗਾ ਵੀ ਲੱਗਣ ਲੱਗ ਪੈਂਦਾ ਹੈ। ਇੰਨਾ ਚੰਗਾ ਕਿ ਉਸ ਕਰਕੇ ਹੋਰ ਸਭ ਕੁਝ ਚੰਗਾ ਲੱਗਣ ਲੱਗ ਪਵੇ। ਉਹ ਕੁਝ ਵੀ ਜੋ ਅਸਲ 'ਚ ਚੰਗਾ ਨਹੀਂ ਹੁੰਦਾ, ਜਿਵੇਂ ਤਨਹਾਈ, ਨਿਰਾਸ਼ਾ, ਉਦਾਸੀ, ਲਾਚਾਰੀ ਤੇ ਇਹੋ ਜਿਹੀਆਂ ਹੋਰ ਮਾਰੂ ਸਥਿਤੀਆਂ, ਜਿਵੇਂ ਬੇਕਦਰੀ ਜਿਹੀ, ਬੇਇੱਜ਼ਤੀ ਜਿਹੀ, ਗਰੀਬੀ ਜਿਹੀ। ਇਹੋ ਜਿਹੀਆਂ ਘੜੀਆਂ ਚੋਂ ਤਾਂ ਗੁਜ਼ਰਦਾ ਰਿਹਾ ਹਾਂ ਮੈਂ ਬਾਰ-ਬਾਰ ਇਸ ਨਗਰੀ 'ਚ, ਮੁੰਬਈ ਨਗਰੀ 'ਚ, ਜੋ ਰੰਗਾਂ ਦੀ ਤੇ ਬਦਰੰਗਾਂ ਦੀ ਨਗਰੀ ਹੈ, ਜਿਸ 'ਚ ਖੂਬਸੂਰਤੀ ਤੇ ਬਦਸੂਰਤੀ ਦੋਵੇਂ ਇੱਕ ਦੂਸਰੇ ਵਿੱਚ ਲੁਕੀਆਂ ਹੋਈਆਂ ਨੇ। ਭਾਂਤ-ਭਾਂਤ ਦੀਆਂ ਜਾਤਾਂ ਦੇ ਲੋਕ ਤੇ ਸੈਂਕੜੇ ਧੜਕਦੇ ਦਿਲਾਂ ਦੀ ਨਗਰੀ, ਜੋ ਵਿਸ਼ਾਲ ਫੈਲੀ ਹੋਈ ਹੈ, ਪਰ ਲੰਬੇ ਚੌੜੇ ਵਜੂਦ ਦੇ ਬਾਵਜੂਦ ਸੰਗਦਿਲ ਤੇ ਬੇਰਹਿਮ ਹੈ। ਪਤਾ ਨਹੀਂ ਲੋਕ ਇਸ ਨੂੰ ਨਗਰੀ ਕਿਉਂ ਕਹਿੰਦੇ ਨੇ। ਨਗਰੀ ਤੋਂ ਲੱਗਦਾ ਹੈ ਜਿਵੇਂ ਕਿਸੇ ਛੋਟੀ ਜਿਹੀ ਸੁਰਾਹੀ ਦੀ ਗੱਲ ਕਰ ਰਹੇ ਹੋਣ, ਜਦੋਂ ਕਿ ਇਹ ਤਾਂ ਦਿਓ ਕਦ ਵਾਂਗ ਲੰਬਾ ਚੌੜਾ ਸ਼ਹਿਰ ਹੈ, ਮਹਾਨਗਰ, ਸਮੁੰਦਰ ਵਰਗਾ ਚੌੜਾ, ਵਿਸ਼ਾਲ ਤੇ ਗਹਿਰਾ, ਜਿਸ ਵਿੱਚ ਕਿਸੇ ਨੂੰ ਤੈਰਨਾ ਆਉਂਦਾ ਹੈ ਤਾਂ ਉਹ ਪਾਰ, ਤੇ ਜੋ ਅਨਾੜੀ ਹੈ ਉਹ ਡੁੱਬ ਜਾਵੇ, ਅਤੇ ਜੋ ਥੋੜਾ ਜਿਹਾ ਤੈਰਨਾ ਜਾਣਦਾ ਹੋਵੇ, ਥੋੜਾ ਜਿਹਾ ਅਨਾੜੀ ਹੋਵੇ, ਉਹ ਸਮੁੰਦਰ ਦੇ ਕੰਢੇ ਬੈਠ ਕੇ ਮੱਛੀਆਂ ਫੜੀ ਜਾਵੇ। ਕਦੇ ਮੱਛੀ ਜਾਲ 'ਚ ਫਸਦੀ ਹੈ ਤਾਂ ਇੰਤਜ਼ਾਰ ਕਰਦਾ ਰਵੇ, ਕਦੀ ਨਿਰਾਸ਼, ਕਦੀ ਖੁਸ਼, ਨਾ ਆਰ ਨਾ ਪਾਰ। ਤੁਸੀਂ ਕਿਸੇ ਇੱਕ ਪ੍ਰਾਂਤ 'ਚ ਰਹਿੰਦੇ ਹੋ ਤਾਂ ਇੱਕ ਬੋਲੀ ਦੇ ਜ਼ਿਆਦਾ ਨੇੜੇ ਹੋਵੋਗੇ, ਇੱਕ ਖਾਸ ਨਸਲ ਦੇ ਲੋਕਾਂ ਨੂੰ ਵੇਖਣ ਦੇ ਆਦੀ ਹੋ ਜਾਵੋਗੇ। ਪਰ ਇਸ ਸ਼ਹਿਰ 'ਚ ਇੰਨੀਆਂ ਬੋਲੀਆਂ ਸੁਣੋਗੇ, ਇੰਨੀ ਤਰ੍ਹਾਂ ਦੇ ਲੋਕ ਵੇਖੋਗੇ ਕਿ ਇੱਕ ਵਾਰ ਨਹੀਂ, ਕਈ ਵਾਰ ਆਪਣੇ ਆਪ ਨੂੰ ਵੀ ਗੁਆਚੇ ਹੋਏ ਮਹਿਸੂਸ ਕਰੋਗੇ। ਮੈਂ ਵੀ ਗੁਆਚਿਆ ਹੋਇਆ ਸਾਂ ਲੋਕਾਂ ਦੀ ਭੀੜ 'ਚ, ਬਿਲਡਿੰਗਾਂ ਦੇ ਜੰਗਲ 'ਚ ਤੇ ਰੁਜ਼ਗਾਰ ਦੀ ਤਲਾਸ਼ 'ਚ, ਕਿ ਤੂੰ ਮਿਲ ਗਈ। ਐਵੇਂ ਜਿਵੇਂ ਚਾਨਣ ਦੀ ਛਿੱਟ ਮਿਲ ਜਾਂਦੀ ਹੈ, ਹਨੇਰੀ ਖੌਫਨਾਕ ਖੁਫਾ 'ਚ ਗੁਆਚੇ ਹੋਏ ਮੁਸਾਫਰ ਨੂੰ ਮੰਜ਼ਿਲ ਦਿਸਣ ਲੱਗ ਪੈਂਦੀ ਹੈ। ਉਹ ਦਿਨ, ਉਹ ਘੜੀ ਕਿਸੇ ਚਮਤਕਾਰ ਦੀ ਤੋਂ ਘੱਟ ਨਹੀਂ ਸੀ। ਮੁੰਬਈ ਦਾ ਹਮੇਸ਼ਾ ਬਿਜ਼ੀ ਰਹਿਣ ਵਾਲਾ ਸਟੂਡੀਓ ਤੇ ਸਟੂਡੀਓ ਦੇ ਅੰਦਰਲਾ ਗੇਟ ਬ੍ਰੇਕ ਦਾ ਟਾਈਮ ਸੀ, ਯਾਨੀ ਲੋਡਾ ਵੇਲਾ। ਸਪੌਟ ਬॉयਜ਼, ਕਾਸਟਿੰਗ ਡਾਇਰੈਕਟਰ, ਅਸਿਸਟੈਂਟ ਤੇ ਜੂਨੀਅਰ ਆਰਟਿਸਟ ਸਭ ਇੱਧਰ ਉੱਧਰ ਫੈਲੇ ਹੋਏ ਸਨ। ਕੋਈ ਬੀੜੀ ਸਿਗਰਟ ਫੂਕ ਰਿਹਾ ਸੀ, ਕੋਈ ਗੱਪਾਂ ਮਾਰ ਰਿਹਾ ਸੀ ਤੇ ਕੋਈ ਚਾਹ ਪੀ ਰਿਹਾ ਸੀ ਤੇ ਕੋਈ ਪਾਨ ਚਬਾ ਰਿਹਾ ਸੀ। ਮੈਂ ਉਸ ਭੀੜ ਭੜੱਕੇ 'ਚ ਆਵਾਜ਼ਾਰ ਘੁੰਮ ਰਿਹਾ ਸਾਂ ਤੇ ਉਡੀਕ ਰਿਹਾ ਸਾਂ ਇਸ ਸਟੂਡੀਓ 'ਚ ਸ਼ੂਟ ਹੋ ਰਹੇ ਮੇਗਾ ਸੀਰੀਅਲ ਦੇ ਹੀਰੋ ਨੂੰ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਵੀ ਉਸੇ ਪ੍ਰਾਂਤ ਦਾ ਰਹਿਣ ਵਾਲਾ ਹੈ ਜਿੱਥੋਂ ਮੈਂ ਆਇਆ ਸਾਂ, ਮੁੰਬਈ ਆਰਟਿਸਟ ਬਣ, ਵੱਡਾ ਆਰਟਿਸਟ ਜੋ ਬਹੁਤ ਮਸ਼ਹੂਰ ਹੋਵੇ ਤੇ ਅਮੀਰ ਵੀ। ਆਖਰ ਜਦ ਮੈਂ ਆਪਣੇ ਪ੍ਰਾਂਤ 'ਚ ਸਟੇਜ ਤੇ, ਟੀਵੀ ਦੀ ਸਕਰੀਨ ਤੇ ਅਤੇ ਰੇਡੀਓ ਦੇ ਮਾਈਕ ਤੇ ਐਕਟਿੰਗ ਕਰ ਸਕਦਾ ਸੀ ਤਾਂ ਮੁੰਬਈ ਦੀ ਵੱਡੀ ਛੋਟੀ ਸਕਰੀਨ ਤੇ ਕਿਉਂ ਨਹੀਂ। ਤੇ ਇਹੋ ਜਿਹੀਆਂ ਹੋਰ 50 ਦਲੀਲਾਂ ਲੈ ਕੇ ਮੈਂ ਵੀ 2 ਸਾਲ ਪਹਿਲਾਂ ਇਸ ਸ਼ਹਿਰ 'ਚ ਆ ਵੜਿਆ ਸੀ ਤੇ ਸੈਟਲ ਹੋਣ ਲਈ ਤੇ ਰੋਲ ਪਾਉਣ ਲਈ ਹਰ ਦਾ ਪੇਚ ਵਰਤ ਰਿਹਾ ਸੀ। ਉਦੋਂ ਆਪਣੇ ਪ੍ਰਾਂਤ ਦੇ ਹੀਰੋ ਨੂੰ ਇਸ ਲਈ ਉਡੀਕ ਰਿਹਾ ਸਾਂ ਕਿ ਉਹ ਡਾਇਰੈਕਟਰ ਨੂੰ ਕਹਿ ਕੇ ਸੀਰੀਅਲ 'ਚ ਮੈਨੂੰ ਵੀ ਰੋਲ ਦਿਲਾ ਦੇਵੇ। ਬਾਰ-ਬਾਰ ਮੇਰੀਆਂ ਨਜ਼ਰਾਂ ਸਟੂਡੀਓ ਦੇ ਮੇਨ ਗੇਟ ਵੱਲ ਉੱਠ ਜਾਂਦੀਆਂ ਸਨ ਕਿ ਕਦੋਂ ਹੀਰੋ ਦੀ ਕਾਰ ਗੇਟ ਦੇ ਅੰਦਰ ਆਉਂਦੀ ਨਜ਼ਰ ਪਵੇ। ਪਤਾ ਲੱਗਾ ਕਿ ਉਸਨੇ ਕਾਰ ਲੈ ਲਈ ਹੈ, ਫਲੈਟ ਲੈ ਲਿਆ ਹੈ, ਫੋਨ, ਮੋਬਾਈਲ ਫੋਨ, ਸਭ ਕੁਝ ਹੈ ਉਸ ਕੋਲ। ਅਚਾਨਕ ਮੈਂ ਵੇਖਿਆ ਤੂੰ ਆ ਰਹੀ ਸੀ। ਅੱਜ ਤੱਕ ਮੈਨੂੰ ਤੇਰੀ ਉਹ ਤੋਰ ਯਾਦ ਹੈ, ਤੇਰੇ ਸੂਟ ਦਾ ਉਹ ਤੋਤੀਆ ਰੰਗ ਯਾਦ ਹੈ, ਹਵਾ 'ਚ ਲਹਿਰਾਉਂਦੇ ਤੇਰੇ ਵਾਲ ਯਾਦ ਹਨ, ਮੋਢੇ ਤੇ ਝੂਲਦਾ ਲੰਬਾ ਥੈਲਾ ਯਾਦ ਹੈ, ਲੰਬਾ ਕਲਾਸਿਕ ਜਿਹਾ ਭੂਰੇ ਰੰਗ ਦਾ ਥੈਲਾ ਤੇ ਨਾਲ ਛੋਟਾ ਕਾਲਾ ਪਰਸ। ਤੇਰੇ ਬਾਰੇ ਮੈਂ ਇੰਨਾ ਜਾਣਦਾ ਸੀ ਕਿ ਤੂੰ ਮੇਰੇ ਪ੍ਰਾਂਤੀ ਹੈ ਤੇ ਆਰਟਿਸਟ ਹੈ ਤੇ ਇਸ ਸ਼ਹਿਰ 'ਚ ਨਵੀਂ ਆਈ ਹੈ। ਬਸ 1-2 ਵਾਰ ਆਪਣੇ ਪ੍ਰਾਂਤ 'ਚ ਤੂੰ ਕਿਤੇ ਪਹਿਲਾਂ ਮਿਲੀ ਸੀ ਤੇ ਸ਼ਾਇਦ ਮੈਨੂੰ ਪਹਿਚਾਣਦੀ ਵੀ ਸੀ,
ਤੂੰ ਮੇਰੇ ਕੋਲ ਦੀ ਲੰਘਣ ਲੱਗੀ ਤਾਂ ਮੈਂ ਤੈਨੂੰ ਬੁਲਾ ਲਿਆ। ਤੇਰਾ ਨਾਂ ਮੈਨੂੰ ਯਾਦ ਸੀ। ਤੂੰ ਮੁੜੀ ਤੇ ਮੇਰੇ ਵੱਲ ਗੌਰ ਨਾਲ ਤੱਕਿਆ। ਫਿਰ ਇੱਕ ਮੁਸਕਰਾਹਟ ਤੇਰੇ ਬੁੱਲ੍ਹਾਂ ਤੋਂ ਪਹਿਲਾਂ ਤੇਰੀਆਂ ਅੱਖਾਂ 'ਚ ਆਉਂਦੀ ਹੈ। ਇਹ ਮੈਂ ਉਦਣ ਮਹਿਸੂਸ ਕੀਤਾ ਸੀ। ਫਿਰ ਹਰ ਵੇਰ ਬਾਅਦ 'ਚ ਜਦੋਂ ਵੀ ਮੈਂ ਤੈਨੂੰ ਮੁਸਕਰਾਉਂਦਿਆਂ ਵੇਖਿਆ, ਤੂੰ ਮੈਨੂੰ ਵੇਖ ਕੇ ਆਮ ਲੋਕਾਂ ਵਾਂਗ ਪਲਕ ਨਾ ਪਛਾਣਨ ਦਾ ਢੋਂਗ ਨਹੀਂ ਕੀਤਾ, ਝਾਟੀ ਪਛਾਣਨ ਦਾ ਰਿਸਪੌਂਸ ਦਿੱਤਾ ਤੇ ਫਿਰ ਦੱਸਿਆ ਕਿ ਤੂੰ ਇੱਥੇ ਇਸ ਸੀਰੀਅਲ ਦੇ ਡਾਇਰੈਕਟਰ ਨੂੰ ਮਿਲਣ ਆਈ ਹੈ। ਮੈਂ ਆਖਿਆ ਪਹਿਲਾਂ ਮਿਲ ਲਓ, ਹੁਣ ਬ੍ਰੇਕ ਹੈ, ਉਹ ਵਿਹਲੇ ਨੇ। ਤੂੰ ਸਟੂਡੀਓ ਦਾ ਅੰਦਰਲਾ ਵੱਡਾ ਗੇਟ ਪਾਰ ਕਰਕੇ ਅੰਦਰ ਚਲੀ ਗਈ। ਮੈਂ ਦੂਰੋਂ ਤੈਨੂੰ ਵੇਖਦਾ ਰਿਹਾ। ਬਹੁਤ ਹੀ ਆਤਮ ਵਿਸ਼ਵਾਸ ਨਾਲ ਤੂੰ ਦੂਰ ਡਾਇਰੈਕਟਰ ਕੋਲ ਬੈਠੀ ਗੱਲਾਂ ਕਰ ਰਹੀ ਸੀ। ਥੈਲੇ 'ਚੋਂ ਤਸਵੀਰਾਂ ਤੇ ਬਾਇਓਡਾਟਾ ਕੱਢ ਕੇ ਉਸ ਨੂੰ ਵਿਖਾ ਰਹੀ ਸੀ। ਕੁਝ ਚਿਰ ਮਗਰੋਂ ਤੂੰ ਮੁੜ ਆਪਣਾ ਥੈਲਾ ਮੋਢੇ ਤੇ ਪਾ ਕੇ ਵਾਪਸ ਮੁੜੀ। ਸਟੂਡੀਓ 'ਚ ਲੱਗੇ ਵੱਡੇ ਸੈੱਟ ਨੂੰ ਤੂੰ ਧਿਆਨ ਨਾਲ ਦੇਖ ਰਹੀ ਸੀ। ਅਚਾਨਕ ਫੇਰ ਤੇਰੀਆਂ ਨਜ਼ਰਾਂ ਮੇਰੀਆਂ ਨਜ਼ਰਾਂ ਨਾਲ ਟਕਰਾਈਆਂ। ਫਿਰ ਉਹੀ ਮੁਸਕਰਾਹਟ ਤੇਰੀਆਂ ਅੱਖਾਂ ਅਤੇ ਬੁੱਲ੍ਹਾਂ ਤੇ ਫੈਲ ਗਈ। ਇੰਨੀ ਆਪਣਤ ਭਰੀ ਮੁਸਕਰਾਹਟ ਕਿ ਸਟੂਡੀਓ ਦੀ ਗਰਮੀ, ਬੇਰੁਖੀ ਤੇ ਉਡੀਕ ਦੀ ਉਕਤਾਹਟ ਤੋਂ ਮੈਨੂੰ ਇੱਕਦਮ ਰਾਹਤ ਜਿਹੀ ਮਹਿਸੂਸ ਹੋਈ। ਫਿਰ ਤੂੰ ਤੇ ਮੈਂ ਸਟੂਡੀਓ ਦੀ ਬੇਹੱਦ ਮੈਲੀ ਤੇ ਸ਼ੋਰ ਸ਼ਰਾਬੇ ਵਾਲੀ ਕੰਟੀਨ 'ਚ ਬੈਠ ਕੇ ਚਾਹ ਪੀਂਦੇ ਇੱਕ ਦੂਜੇ ਨੂੰ ਆਪਣੇ ਬਾਰੇ ਦੱਸਦੇ ਰਹੇ। ਕਿੰਨਾ ਹੀ ਚਿਰ ਆਪਣੇ ਅਨੁਭਵ, ਪ੍ਰਾਪਤੀਆਂ ਤੇ ਭਵਿੱਖ ਦੀਆਂ ਸਕੀਮਾਂ ਬਾਰੇ। ਇੱਕ ਦੂਜੇ ਦੇ ਐਡਰੈਸ ਤੇ ਫੋਨ ਨੰਬਰ ਲਏ ਗਏ, ਇੱਕ ਦੂਜੇ ਦੀ ਮਦਦ ਕਰਨ ਦੇ ਭਰੋਸੇ ਦਿਵਾਏ ਗਏ, ਇੱਕ ਦੂਜੇ ਦੀਆਂ ਵਾਕਫੀਆਂ ਤੋਂ ਫਾਇਦੇ ਉਠਾਉਣ ਦੇ ਮਨਸੂਬੇ ਘੜੇ ਗਏ। ਇਸ ਪਰਾਏ ਸ਼ਹਿਰ 'ਚ ਉਸ ਆਪਣੀ ਜਿਹੀ ਪਹਿਲੀ ਮੁਲਾਕਾਤ 'ਚ ਅਸੀਂ ਇੱਕ ਦੂਜੇ ਬਾਰੇ ਬਹੁਤ ਕੁਝ ਜਾਣ ਗਏ ਸਾਂ। ਬਹੁਤ ਕੁਝ ਲੱਗਦਾ ਸੀ ਸਭ ਕੁਝ ਜਾਣ ਗਏ ਹਾਂ। ਮੈਂ ਜਾਣ ਗਿਆ ਸਾਂ ਕਿ ਤੂੰ ਇਸ ਸ਼ਹਿਰ ਲਈ ਨਵੀਂ ਹੈ। ਤੂੰ ਸ਼ਹਿਰ ਦੇ ਉਸ ਕੋਨੇ 'ਚ ਰਹਿੰਦੀ ਹੈ ਜੋ ਮੇਰੀ ਰਿਹਾਇਸ਼ ਦੇ ਬਿਲਕੁਲ ਉਲਟ ਸੀ। ਯਾਨੀ ਮੈਂ ਆਪਣੇ ਪ੍ਰਾਂਤ 'ਚ ਹੁੰਦਾ ਤਾਂ ਮੈਂ ਕਹਿੰਦਾ ਕਿ ਤੂੰ ਨਾਲ ਦੇ ਸ਼ਹਿਰ ਤੋਂ ਵੀ ਅਗਲੇ ਸ਼ਹਿਰ 'ਚ ਰਹਿੰਦੀ ਹੈ। ਤੂੰ ਇਕੱਲੀ ਨਹੀਂ ਰਹਿੰਦੀ ਸੀ, ਤੇਰੇ ਨਾਲ ਤੇਰਾ ਪਰਿਵਾਰ ਸੀ। ਤੂੰ ਸ਼ਾਦੀशुदा ਸੀ। ਫਿਲਮੀ ਦੁਨੀਆ ਬਾਰੇ ਤੇਰੀ ਚੰਗੀ ਨੌਲੇਜ ਸੀ ਤੇ ਨਜ਼ਰੀਆ ਵੀ ਚੰਗਾ ਸੀ। ਤੂੰ ਮੇਰੇ ਵਾਂਗ ਹਾਰੀ ਹੰਬੀ ਤੇ ਨਿਰਾਸ਼ ਨਹੀਂ ਸੀ ਤੇ ਉਹਨਾਂ ਆਰਟਿਸਟਾਂ ਵਾਂਗ ਵੀ ਨਹੀਂ ਸੀ ਜੋ ਫਿਲਮੀ ਦੁਨੀਆ 'ਚ ਥਾਂ ਬਣਾਉਣ ਲਈ ਹਰ ਹਿੱਲਾ ਵੀ ਅਪਣਾਈ ਜਾਣਗੇ ਤੇ ਤਰਲੋ ਮੱਛੀ ਵੀ ਹੋਈ ਜਾਣਗੇ ਤੇ ਇਸ ਨੂੰ ਕੋਸੀ ਵੀ ਜਾਣਗੇ। ਤੂੰ ਤਾਂ ਸਭ ਤੋਂ ਅਲੱਗ ਸੀ। ਸੁਭਾਅ ਤੋਂ ਤੂੰ ਬਹੁਤ ਮਿਹਨਤੀ ਸੀ। ਮੈਂ ਤੈਨੂੰ ਜਦ ਵੀ ਜਿੱਥੇ ਵੀ ਬੁਲਾਉਂਦਾ, ਕਿਸੇ ਵੀ ਆਫਿਸ ਜਾਣ ਲਈ, ਕਿਸੇ ਨੂੰ ਵੀ ਮਿਲਣ ਜਾਣ ਲਈ, ਤੂੰ ਬਿਨਾਂ ਕਾਲ ਕੀਤਿਆਂ ਆ ਜਾਂਦੀ। ਲੋਕਲ ਟ੍ਰੇਨ ਰਾਹੀਂ, ਲੋਕਲ ਬੱਸ ਰਾਹੀਂ। ਮੈਂ ਲੋਕਲ ਟ੍ਰੇਨ 'ਚ ਸਫ਼ਰ ਕਰਦਿਆਂ ਤੇਰੇ ਬਾਰੇ ਸੋਚਦਾ ਕਿ ਤੂੰ ਕਿਵੇਂ ਇਹਨਾਂ ਲੋਕਲ ਸਟੇਸ਼ਨਾਂ ਦੀ ਭੀੜ 'ਚੋਂ ਗੁਜ਼ਰਦੀ ਹੋਵੇਂਗੀ, ਕਿਵੇਂ ਸਾਹੋ-ਸਾਹ ਹੋਈ ਭੀੜ ਵਿੱਚੋਂ ਰਾਹ ਬਣਾਉਂਦੀ ਹੋਈ ਟ੍ਰੇਨ ਦੇ ਲੇਡੀਜ਼ ਡੱਬੇ ਤੱਕ ਪਹੁੰਚਦੀ ਹੋਵੇਂਗੀ। ਸਿਰਫ 30 ਸੈਕਿੰਡ ਹੀ ਤਾਂ ਰੁਕਦੀ ਹੈ ਟ੍ਰੇਨ ਹਰ ਸਟੇਸ਼ਨ ਤੇ ਚੜ੍ਹਨ ਤੇ ਉਤਰਨ ਵਾਲੇ ਸੈਕਿੰਡਾਂ 'ਚ ਹਜ਼ਾਰਾਂ ਸੈਂਕੜੇ ਮੁਸਾਫਰ, ਔਰਤਾਂ, ਮਰਦ, ਬੱਚੇ, ਬੁੱਢੇ, ਜਵਾਨ, ਖੁਸਰੇ, ਮੰਗਤੇ। ਮੈਂ ਸਵਾਰੀਆਂ ਵੱਲ ਤੱਕਦਾ ਸੋਚਦਾ, ਇਹਨਾਂ ਸਭ ਤੇ ਤੇਰੀ ਵੀ ਨਜ਼ਰ ਪੈਂਦੀ ਹੋਏਗੀ। ਸਟੇਸ਼ਨ ਤੇ ਟ੍ਰੇਨਾਂ ਦੀ ਗੰਦਗੀ ਤੇ ਭੁੱਖਮਰੀ ਤੇ ਗਰੀਬੀ ਤੇ ਮੰਦਹਾਲੀ ਤੇ ਬਦਹਾਲੀ ਤੇ ਜਦੋਂ ਕੋਈ ਮੰਗਤਾ ਬੱਚਾ ਹਾਰਮੋਨੀਅਮ ਤੇ ਕੋਈ ਮੁਹੱਬਤ ਦਾ ਨਗਮਾ ਛੇੜਦਾ, ਮੈਂ ਸੋਚਦਾ ਸ਼ਾਇਦ ਇਹ ਬੋਲ ਤੂੰ ਵੀ ਸੁਣੇ ਹੋਣਗੇ। ਤੂੰ ਕੀ ਸੋਚਿਆ ਹੋਵੇਗਾ ਉਸ ਵੇਲੇ? ਤੇ ਜਦ ਮੱਛੀਆਂ ਦੇ ਟੋਕਰੇ ਲਈ ਔਰਤਾਂ ਟ੍ਰੇਨ 'ਚ ਚੜੀਆਂ ਹੋਣਗੀਆਂ, ਗੰਦੀ ਬਦਬੂ ਜਦ ਡੱਬੇ 'ਚ ਫੈਲੀ ਹੋਵੇਗੀ, ਕਿਵੇਂ ਮਹਿਸੂਸ ਕੀਤਾ ਹੋਵੇਗਾ ਤੂੰ? ਟ੍ਰੇਨ ਦੀ ਖਿੜਕੀ 'ਚੋਂ ਬਾਹਰ ਵੇਖਦੀ ਹੋਈ ਤੂੰ ਕੀ ਸੋਚਦੀ ਹੋਵੇਂਗੀ? ਮੈਨੂੰ ਹਰ ਬੁਰੀ ਤੇ ਚੰਗੀ ਚੀਜ਼ ਵੇਖਦਿਆਂ ਤੇਰਾ ਹੀ ਖਿਆਲ ਆਉਂਦਾ ਸੀ। ਤੇਰੀ ਸਟਰਗਲ ਮੇਰੇ ਤੋਂ ਵੇਖੀ ਨਹੀਂ ਸੀ ਜਾਂਦੀ। ਮੈਂ ਸੋਚਦਾ ਸਾਂ ਮੈਂ ਅਜਿਹਾ ਕੀ ਕਰਾਂ ਕਿ ਤੈਨੂੰ ਫਿਲਮਾਂ ਤੇ ਸੀਰੀਅਲਾਂ 'ਚ ਕੰਮ ਦਿਵਾ ਦਿਆਂ। ਮੇਰਾ ਵਸ ਚੱਲਦਾ ਤਾਂ ਮੈਂ ਤੈਨੂੰ ਰਾਤੋਂ ਰਾਤ ਸਟਾਰ ਬਣਾ ਦਿੰਦਾ। ਆਖਿਰ ਇਸ ਸ਼ਹਿਰ 'ਚ ਤਾਂ ਕੁਝ ਵੀ ਮੁਮਕਿਨ ਸੀ। ਵੇਖਦੇ ਹੀ ਵੇਖਦੇ ਬਦਲਦੇ ਚਿਹਰੇ, ਅੱਜ ਸੜਕ ਤੇ, ਕੱਲ ਨੂੰ ਕਾਰ ਤੇ ਫਲੈਟ ਦੇ ਮਾਲਕ। ਕਹਿਣ ਦਾ ਮਤਲਬ ਇਹ ਉਹ ਸ਼ਹਿਰ ਸੀ ਜਿੱਥੇ ਸਾਲਾਂ ਦੀ ਮਿਹਨਤ ਵੀ ਕਦੀ-ਕਦੀ ਰੰਗ ਨਹੀਂ ਲਿਆਉਂਦੀ ਤੇ ਕਦੀ-ਕਦੀ ਇੱਕ ਹੀ ਝਟਕੇ ਨਾਲ ਬੰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ। ਬਸ ਇੱਕ ਕਲਿੱਕ ਦੀ ਲੋੜ ਹੈ। ਮੈਂ ਇਹ ਸਭ ਤੈਨੂੰ ਦੱਸਦਾ ਤਾਂ ਤੂੰ ਮੁਸਕਰਾ ਪੈਂਦੀ। ਮੈਂ ਕੁਝ ਸੁਣਨ ਲਈ ਤੇਰੇ ਮੂੰਹ ਵੱਲ ਤੱਕਦਾ ਰਹਿੰਦਾ, ਪਰ ਤੂੰ ਕੁਝ ਨਾ ਕਹਿੰਦੀ। ਤੇਰੀ ਉਸ ਮੁਸਕਰਾਹਟ 'ਚ ਕੀ ਹੁੰਦਾ ਸੀ ਮੈਂ ਜਾਣ ਨਾ ਸਕਦਾ, ਸਗੋਂ ਸ਼ਰਮਿੰਦਾ ਜਿਹਾ ਹੋ ਕੇ ਰਹਿ ਜਾਂਦਾ।
ਪਰ ਮੈਨੂੰ ਤੇਰੀ ਉਹ ਮੁਸਕਰਾਹਟ ਵਿਸ਼ਵਾਸ ਭਰੀ ਲੱਗਦੀ ਤੇ ਮੈਂ ਮਨੋਂ ਇਹ ਚਾਹੁੰਦਾ ਕਿ ਤੇਰਾ ਵਿਸ਼ਵਾਸ ਟੁੱਟੇ ਨਾ। ਤੇਰਾ ਨਜ਼ਰੀਆ, ਤੇਰੀ ਹਿੰਮਤ, ਤੇਰੇ ਚਿਹਰੇ ਦਾ ਨੂਰ, ਤੇਰੀਆਂ ਅੱਖਾਂ ਦੀ ਚਮਕ, ਤੇਰੇ ਹੋਠਾਂ ਦੀ ਮੁਸਕਾਨ, ਤੇਰੀ ਤੋਰ ਦਾ ਜੋਸ਼, ਤੇਰੀ ਆਵਾਜ਼ ਦੀ ਬੁਲੰਦੀ, ਤੇਰੇ ਸੁਭਾਅ ਦਾ ਠਰਮਾ ਕਾਇਮ ਰਹੇ। ਸੱਚੀ ਮੈਨੂੰ ਫਿਲਮੀ ਦੁਨੀਆ ਦਾ ਸਖਤ ਮਿਜਾਜ਼ ਦੇਖ ਕੇ ਤੇਰਾ ਫਿਕਰ ਹੋ ਜਾਂਦਾ ਸੀ। ਮੈਂ ਆਪਣੇ ਆਪ ਬਾਰੇ ਘੱਟ, ਤੇਰੇ ਬਾਰੇ ਵਧੇਰੇ ਚਿੰਤਾਤੁਰ ਰਹਿੰਦਾ ਸਾਂ। ਮੈਂ ਕਿਸੇ ਵੀ ਆਫਿਸ ਜਾਂਦਾ, ਕਿਸੇ ਵੀ ਜਾਣੂ ਪਛਾਣੂ ਨੂੰ ਮਿਲਦਾ, ਕਿਸੇ ਵੀ ਫਿਲਮੀ ਕੋਆਰਡੀਨੇਟਰ ਨੂੰ ਮਿਲਦਾ ਤਾਂ ਆਪਣੇ ਬਾਰੇ ਬਾਅਦ ਚ ਪਹਿਲਾਂ ਤੇਰੇ ਬਾਰੇ ਦੱਸਦਾ। ਮੈਂ ਭੁੱਲ ਹੀ ਚੁੱਕਾ ਸਾਂ ਕਿ ਮੇਰੀ ਵੀ ਇੱਕ ਛੋਟੀ ਜਿਹੀ ਫੈਮਿਲੀ ਹੈ ਜੋ ਪੰਜਾਬ 'ਚ ਬੈਠੀ ਮੇਰਾ ਰਾਹ ਵੇਖ ਰਹੀ ਹੈ, ਮੇਰੇ ਤੇ ਉਮੀਦਾਂ ਲਾਈ ਬੈਠੀ ਹੋਵੇਗੀ, ਜਿਨ੍ਹਾਂ ਨੂੰ ਮੈਂ 100 ਸੁਪਨੇ ਵਿਖਾ ਕੇ ਮੁੰਬਈ ਆ ਗਿਆ ਸਾਂ ਐਕਟਰ ਬਣ, ਹਜ਼ਾਰਾਂ ਲੱਖਾਂ ਕਮਾਉਣ। ਤੈਨੂੰ ਮਿਲ ਕੇ ਮੈਂ ਇਹ ਸ਼ੁਕਰ ਕਰ ਰਿਹਾ ਸਾਂ ਕਿ ਸ਼ੁਕਰ ਹੈ ਮੈਂ ਮੁੰਬਈ ਆ ਗਿਆ, ਕਿਉਂਕਿ ਇੱਥੇ ਮੈਨੂੰ ਤੂੰ ਮਿਲ ਗਈ ਹੈ। ਪੰਜਾਬ 'ਚ ਰਹਿੰਦਾ ਤਾਂ ਤੈਨੂੰ ਇੰਨੇ ਗੌਰ ਨਾਲ ਤੱਕਣ ਦਾ, ਜਾਣਨ ਦਾ, ਮਿਲਣ ਦਾ ਮੌਕਾ ਕਿੱਥੇ ਮਿਲਦਾ। ਹਰ ਸਵੇਰ ਅੱਖ ਖੁੱਲ੍ਹਦੇ ਤੇਰਾ ਮੁਸਕਰਾਉਂਦਾ ਮੁਖੜਾ ਅੱਖਾਂ ਮੁਰੇ ਆ ਜਾਂਦਾ। ਇੱਕਦਮ ਉੱਠ ਕੇ ਤਿਆਰ ਹੋ ਕੇ ਸਟਰਗਲ ਲਈ ਨਿਕਲਣ ਦਾ ਹੌਸਲਾ ਕਾਇਮ ਹੋ ਜਾਂਦਾ। ਮਨ 'ਚ ਉਤਸ਼ਾਹ ਭਰ ਜਾਂਦਾ, ਰੋਮ ਰੋਮ 'ਚ ਤਰੰਗ ਖਿੜ ਉੱਠਦੀ। ਭਾਵੇਂ ਜੇਬ 'ਚ ਫੁੱਟੀ ਕੌੜੀ ਨਾ ਹੁੰਦੀ, ਫਿਰ ਵੀ ਗੁਣਗੁਣਾਉਣ ਨੂੰ ਜੀ ਕਰਦਾ। ਤੇਰੇ 'ਚ ਤਾਂ ਕਿਸੇ ਦੀ ਵੀ ਮੰਜ਼ਿਲ ਤੇ ਕਿਸੇ ਦੀ ਵੀ ਪ੍ਰੇਰਨਾ ਬਣਨ ਦਾ ਦਮ ਸੀ। ਮੈਂ ਤੈਨੂੰ ਆਪਣਾ ਕੇਅਰ ਆਫ ਟੈਲੀਫੋਨ ਨੰਬਰ ਦਿੱਤਾ ਹੋਇਆ ਸੀ। ਰੱਬ ਦੀ ਐਸੀ ਮਿਹਰ ਹੋਈ ਕਿ ਮੇਰਾ 3000 ਦਾ ਬੁੱਕ ਕਰਾਇਆ 1 ਸਾਲ ਪਹਿਲਾਂ ਦਾ ਫੋਨ ਨੰਬਰ ਆ ਗਿਆ, ਜਿਸ ਤੋਂ ਮੈਂ ਨਾ ਉਮੀਦ ਹੋਇਆ ਬੈਠਾ ਸਾਂ। ਸਭ ਤੋਂ ਪਹਿਲਾਂ ਮੈਂ ਤੇਰਾ ਨੰਬਰ ਡਾਇਲ ਕਰਕੇ ਤੈਨੂੰ ਆਪਣਾ ਫੋਨ ਨੰਬਰ ਦਿੱਤਾ। ਤੂੰ ਮੈਨੂੰ ਮੁਬਾਰਕ ਦਿੱਤੀ। ਤੈਨੂੰ ਗੱਲ ਕਰਨ ਦੀ ਬਹੁਤ ਤਮੀਜ਼ ਸੀ। ਫੋਨ ਕੀ ਆ ਗਿਆ, ਮੈਨੂੰ ਲੱਗਦਾ ਸੀ ਮੈਨੂੰ ਦੁਨੀਆ ਦੀ ਸਭ ਤੋਂ ਅਨਮੋਲ ਚੀਜ਼ ਮਿਲ ਗਈ ਹੈ। ਇੰਨੀ ਖੁਸ਼ੀ ਤਾਂ ਸ਼ਾਇਦ ਮੈਨੂੰ ਕਦੀ ਹੀ ਮਿਲੀ ਹੋਵੇਗੀ। ਮੈਂ ਹਰ ਵਕਤ ਤੇਰੇ ਫੋਨ ਦੀ ਉਡੀਕ ਕਰਦਾ, ਜਦ ਵੀ ਘੰਟੀ ਖੜਕਦੀ ਤੇਰਾ ਫੋਨ ਹੋਵੇਗਾ। ਰਿਸੀਵਰ ਚੁੱਕ ਕੇ ਕਿਸੇ ਹੋਰ ਦੀ ਆਵਾਜ਼ ਸੁਣ ਕੇ ਨਿਰਾਸ਼ਾ ਹੁੰਦੀ ਅਤੇ ਦਿਲ ਕਰਦਾ ਛੇਤੀ ਗੱਲ ਮੁੱਕ ਜਾਏ, ਕਿਤੇ ਤੂੰ ਨਾ ਟਰਾਈ ਕਰਦੀ ਹੋਵੇਂ। ਤੇਰਾ ਫੋਨ ਆਉਂਦਾ ਤਾਂ ਦਿਲ ਕਰਦਾ ਗੱਲ ਮੁੱਕੇ ਹੀ ਨਾ, ਤੂੰ ਰਿਸੀਵਰ ਰੱਖੇ ਹੀ ਨਾ। ਤੇਰੀ ਠੁਣਕ ਦੀ ਆਵਾਜ਼ ਫੋਨ ਤੇ ਹੋਰ ਵੀ ਚੰਗੀ ਲੱਗਦੀ, ਹੋਰ ਵੀ ਪਿਆਰੀ। ਮੈਨੂੰ ਆਪਣਾ ਫੋਨ ਸੈੱਟ ਇਸ ਲਈ ਚੰਗਾ ਲੱਗਦਾ ਸੀ ਕਿਉਂਕਿ ਇਸ ਰਾਹੀਂ ਮੈਂ ਤੇਰੀ ਆਵਾਜ਼ ਸੁਣ ਸਕਦਾ ਸਾਂ। ਸਾਰੀ ਰਾਤ ਮੈਂ ਫੋਨ ਨੂੰ ਬਿਲਕੁਲ ਆਪਣੇ ਲਾਗੇ ਰੱਖਦਾ, ਕੀ ਪਤਾ ਤੂੰ ਕਦੇ ਫੋਨ ਕਰੇ ਤੇ ਮੈਂ ਕਿਤੇ ਗਹਿਰੀ ਨੀਂਦ 'ਚ ਸੁਣਾ ਹੀ ਨਾ। ਵੈਸੇ ਤਾਂ ਤੂੰ ਬਹੁਤ ਘੱਟ ਫੋਨ ਕਰਦੀ ਸੀ, ਹਮੇਸ਼ਾ ਮੈਂ ਹੀ ਤੈਨੂੰ ਫੋਨ ਕਰਦਾ ਸੀ। ਮੀਡੀਆ 'ਚ ਕੀ ਹੋ ਰਿਹਾ ਹੈ, ਇੰਡਸਟਰੀ 'ਚ ਕੀ ਚੱਲ ਰਿਹਾ ਹੈ, ਮੈਂ ਹੀ ਤੈਨੂੰ ਦੱਸਦਾ ਸੀ। ਪਰ ਤੇਰੇ 'ਚ ਇੱਕ ਗੁਣ ਸੀ, ਮੈਂ ਜਦ ਵੀ ਫੋਨ ਕਰਦਾ ਤੂੰ ਬਹੁਤ ਚੰਗਾ ਰਿਸਪੌਂਸ ਦਿੰਦੀ ਸੀ। ਸਿਰਫ ਗੱਲ ਟਾਲਣ ਖਾਤਰ ਫੋਨ ਨਹੀਂ ਸੁਣਦੀ ਸੀ, ਤੂੰ ਵੀ ਕੀ ਪੜ੍ਹਿਆ ਸੁਣਿਆ ਸਭ ਦੱਸਦੀ ਸੀ। ਆਵਾਜ਼ 'ਚ ਕਸ਼ਿਸ਼, ਜੀਣ ਦੀ ਉਮੰਗ, ਅੱਗੇ ਵਧਣ ਦੀ ਤਰੰਗ ਸੁਣ ਕੇ ਜੀ ਕਰਦਾ ਉੱਡ ਕੇ ਤੇਰੇ ਕੋਲ ਪਹੁੰਚ ਜਾਵਾਂ। ਮੈਂ ਉਸ ਦਾ ਸ਼ੁਕਰਗੁਜ਼ਾਰ ਹੁੰਦਾ ਜਿਸ ਨੇ ਫੋਨ ਦੀ ਕਾਢ ਕੱਢੀ ਹੋਵੇਗੀ। ਸ਼ੁਕਰ ਹੈ ਫੋਨ ਹੈ, ਤੂੰ ਹੈ, ਹੋਰ ਕੀ ਚਾਹੀਦਾ ਹੈ, ਬਸ ਹੋਰ ਕੁਝ ਨਹੀਂ ਚਾਹੀਦਾ। ਕਈ ਮਹੀਨੇ ਹੋ ਚੱਲੇ ਸਨ, ਸ਼ਾਇਦ 11 ਜਾਂ 13। ਅਸੀਂ ਅਕਸਰ ਮਿਲਦੇ ਮੁੰਬਈ ਦੀਆਂ ਸੜਕਾਂ ਤੇ, ਧੁੱਪਾਂ 'ਚ, ਬਾਰਿਸ਼ਾਂ 'ਚ, ਧੂੜਾਂ ਤੇ ਧੱਕਿਆਂ 'ਚ ਇਕੱਠੇ ਘੁੰਮਦੇ, ਸਟੂਡੀਓ ਤੋਂ ਸਟੂਡੀਓ ਚੱਕਰ ਮਾਰਦੇ। ਜਦ ਕਦੀ ਅਲੱਗ-ਅਲੱਗ ਥਾਵਾਂ ਤੇ ਸ਼ੂਟਿੰਗ ਵੀ ਕਰਦੇ ਤਾਂ ਵੀ ਇੱਕ ਦੂਜੇ ਨੂੰ ਡਿਟੇਲ 'ਚ ਫੋਨ ਤੇ ਸਭ ਕੁਝ ਦੱਸਦੇ। ਤੂੰ ਗੱਲਾਂ ਕਰਦੀ ਤਾਂ ਮੈਂ ਚੁੱਪ ਰਹਿੰਦਾ। ਮੈਨੂੰ ਤੈਨੂੰ ਸੁਣਨਾ ਜ਼ਿਆਦਾ ਚੰਗਾ ਲੱਗਦਾ ਸੀ। ਤੂੰ ਹਰ ਮਾੜੀ ਤੇ ਕੁਝ ਹੀ ਗੱਲ ਨੂੰ ਇੰਝ ਸੁਣਾਉਂਦੀ ਸੀ ਕਿ ਉਹ ਵੀ ਚੰਗੀ ਲੱਗਣ ਲੱਗ ਪੈਂਦੀ। ਤੇਰੇ ਮੂੰਹੋਂ ਹਰ ਸ਼ਬਦ ਹੀ ਚੰਗਾ ਲੱਗਦਾ ਸੀ। ਮੈਂ ਕੋਈ ਗੱਲ ਕਰਦਾ ਤੂੰ ਇੰਨੇ ਧਿਆਨ ਨਾਲ ਸੁਣਦੀ ਕਿ ਮੈਨੂੰ ਆਪਣਾ ਆਪ ਮਹੱਤਵਪੂਰਨ ਲੱਗਣ ਲੱਗ ਪੈਂਦਾ ਤੇ ਮੇਰੀ ਜ਼ੁਬਾਨ ਥੁਥਲਾ ਜਾਂਦੀ। ਤੇਰੇ ਅੱਗੇ ਕਿਹੜੀ ਗੱਲ ਕੀਤੀ ਜਾਵੇ, ਕਿਹੜੀ ਨਹੀਂ, ਇਹ ਸੋਚਣਾ ਪੈਂਦਾ ਸੀ। ਤੇਰੀ ਤੱਕਣੀ ਭਰਪੂਰ ਤੱਕਣੀ ਹੁੰਦੀ, ਮੁਸਕਰਾਉਣਾ ਹਜ਼ਾਰਾਂ ਭੇਤਾਂ ਭਰਿਆ ਹੁੰਦਾ। ਮੈਂ ਤਾਂ ਬਸ ਤੈਨੂੰ ਤੱਕਦਾ ਹੀ ਰਹਿ ਜਾਂਦਾ। ਕੱਲ ਸ਼ਾਮੀ 2 ਤੋਂ 10 ਦੀ ਸ਼ਿਫਟ 'ਚ ਫਿਲਮ ਸਿੱਟ ਚਲੀਏ। ਮੇਗਾ ਸੀਰੀਅਲ ਦੇ ਕਾਸਟਿੰਗ ਡਾਇਰੈਕਟਰ ਨੂੰ ਮਿਲਣ ਉੱਥੇ ਕਾਸਟਿੰਗ ਚੱਲ ਰਹੀ ਹੈ।
ਮੈਂ ਤੈਨੂੰ ਕਿਹਾ ਮੈਂ ਤਾਂ ਇਦਾਂ ਦੀਆਂ ਕਨਸੂਆਂ ਲੱਭ ਕੇ ਹੀ ਰੱਖਦਾ ਹੁੰਦਾ ਸੀ। ਕੱਲ ਤੂੰ ਕੁਝ ਸੋਚਣ ਲੱਗ ਪਈ। ਕਿਉਂ? ਕੱਲ ਕੀ ਕਰ ਰਹੀ ਹੈ? ਮੈਂ ਤੈਨੂੰ ਸੋਚ ਵਿੱਚ ਪਈ ਨੂੰ ਪੁੱਛਿਆ। ਇੰਨੇ ਮਹੀਨਿਆਂ ਤੋਂ ਇਹੀ ਤਾਂ ਇੱਕ ਜ਼ਰੀਆ ਸੀ ਇਕੱਠੇ ਘੁੰਮਣ ਦਾ, ਤੁਰਨ ਦਾ, ਕਿਸੇ ਨੂੰ ਮਿਲਣ ਜਾਣ ਦਾ, ਮਿਲ ਕੇ ਵਾਪਸ ਆਉਂਦਿਆਂ ਕਿਤੇ ਰੁਕ ਕੇ ਚਾਹ ਪੀਣੀ ਤੇ ਚਾਹ ਪੀਂਦਿਆਂ ਉਸੇ ਬਾਰੇ ਚਰਚਾ ਕਰਨਾ ਜਿਸ ਨੂੰ ਮਿਲ ਕੇ ਆਏ ਹੋਈਏ। ਇਸੇ ਬਹਾਨੇ ਮੈਂ ਤੈਨੂੰ ਵੇਖ ਸਕਦਾ ਸਾਂ, ਮਿਲ ਸਕਦਾ ਸਾਂ। ਕਈ ਵਾਰ ਤਾਂ ਮੇਰਾ ਮਨ ਸਵਾਰਥੀ ਹੋ ਉੱਠਦਾ ਤੇ ਮੈਂ ਸੋਚਦਾ ਤੂੰ ਕਦੇ ਸਟਾਰ ਨਾ ਬਣੇ। ਸਟਾਰ ਬਣ ਗਈ ਤਾਂ ਇਹ ਇਕੱਠੇ ਸਟਰਗਲ ਕਰਨ ਦਾ ਸੁਨਹਿਰੀ ਮੌਕਾ ਕਿੱਥੋਂ ਮਿਲੂ? ਫਿਰ ਤਾਂ ਸ਼ਾਇਦ ਤੇਰੇ ਕੋਲ ਵੇਲ ਹੀ ਨਾ ਹੋਵੇ। ਮੈਨੂੰ ਆਪਣੀ ਇਸ ਸੋਚ ਤੇ ਸ਼ਰਮਿੰਦਗੀ ਹੁੰਦੀ। ਕੱਲ ਨਹੀਂ, ਪਰਸੋਂ ਚਲੀਏ? ਤੂੰ ਪੁੱਛਿਆ। ਕੱਲ ਕੀ ਕਰ ਰਹੀ ਹੈ? ਕਰ ਤਾਂ ਕੁਝ ਵੀ ਨਹੀਂ ਰਹੀ, ਘਰ ਹੀ ਹੋਵਾਂਗੀ। ਮੈਂ ਵੀ ਆ ਜਾਵਾਂ ਤੇਰੇ ਘਰ? ਮੈਂ ਹੱਸ ਕੇ ਕਿਹਾ। ਜਦੋਂ ਦੀ ਅਸੀਂ ਮਿਲੇ ਸਾਂ ਮੈਂ ਕਦੀ ਉਹਦੇ ਤੇਰੇ ਘਰ ਨਹੀਂ ਸਕਿਆ ਨਾ ਤੂੰ ਕਦੀ ਮੇਰੇ ਕਮਰੇ ਵਿੱਚ ਆਈ ਸੀ। ਸਬਬ ਹੀ ਨਹੀਂ ਸੀ ਬਣਿਆ। ਅਸੀਂ ਇੱਕ ਦੂਜੇ ਤੋਂ ਦੂਰ ਹੀ ਰਹਿੰਦੇ ਸਾਂ ਤੇ ਫਿਲਮੀ ਦੁਨੀਆ ਸਾਡੇ ਦੋਵਾਂ ਦੇ ਵਿਚਕਾਰ ਫੈਲੀ ਹੋਈ ਸੀ। ਉੱਥੇ ਹੀ ਅਸੀਂ ਮਿਲਦੇ ਸਾਂ, ਮਿਲਣ ਦੇ ਪੁਆਇੰਟ ਤੈਅ ਕਰ ਲੈਂਦੇ ਸਾਂ। ਜ਼ਰੂਰ ਆਣਾ, ਸਗੋਂ ਤੁਸੀਂ ਤਾਂ ਕਦੇ ਆਏ ਹੀ ਨਹੀਂ। ਤੂੰ ਚਹਿਕ ਕੇ ਕਿਹਾ, ਬਿਨਾਂ ਕਿਸੇ ਸੰਕੋਚ ਤੋਂ। ਓਪਰੇ ਮਨ ਤੋਂ ਨਹੀਂ, ਸਗੋਂ ਜਿਵੇਂ ਕਿਸੇ ਨੂੰ ਮਨ ਦੀ ਤਹਿ ਤੋਂ ਸੱਦਾ ਦੇਈਦਾ ਹੈ, ਇਸ ਤਰ੍ਹਾਂ ਤੂੰ ਮੈਨੂੰ ਇਨਵਾਈਟ ਕੀਤਾ ਸੀ। ਤੇ ਮੈਂ ਉਸੇ ਪਲ, ਉਸੇ ਛਿਣ ਫੈਸਲਾ ਕਰ ਲਿਆ ਸੀ ਕਿ ਮੈਂ ਕੱਲ ਜ਼ਰੂਰ ਤੇਰੇ ਘਰ ਜਾਵਾਂਗਾ। ਜ਼ਰੂਰ। ਇਹ ਗੱਲਾਂ ਅਸੀਂ ਇੱਕ ਬੱਸ ਸਟਾਪ ਤੇ ਖੜੇ ਬੱਸ ਨੂੰ ਉਡੀਕਦੇ ਕਰ ਰਹੇ ਸਾਂ। ਤੇਰੀ ਬੱਸ ਪਹਿਲਾਂ ਆ ਗਈ। ਤੂੰ ਲਪਕ ਕੇ ਬੱਸ ਵਿੱਚ ਚੜ ਗਈ। ਦੂਰ ਤੱਕ ਤੂੰ ਬਾਰੀ ਤੋਂ ਬਾਹਰ ਹੱਥ ਹਿਲਾਉਂਦੀ ਗਈ। ਹਵਾ 'ਚ ਹਿਲਦਾ ਤੇਰਾ ਗੁਟਕੂ ਕਰਦਾ ਹੱਥ ਜੀ ਕੀਤਾ ਅੱਜ ਦੀ ਸ਼ਾਮ ਕੱਲ ਦੀ ਸ਼ਾਮ ਵਿੱਚ ਬਦਲ ਜਾਵੇ ਤੇ ਮੈਂ ਤੇਰੇ ਘਰ ਲਈ ਚੱਲ ਪਾਵਾਂ। ਮਸਾਂ ਹੀ ਕਿਤੇ ਰਾਤ ਬੀਤੀ, ਫਿਰ ਮਸਾਂ ਹੀ ਦੁਪਹਿਰ ਆਈ ਤੇ ਮੈਂ ਘਰੋਂ ਤੁਰਿਆ। 2 ਟ੍ਰੇਨਾਂ ਬਦਲ ਕੇ ਤੇਰੇ ਘਰ ਦੇ ਕੋਲ ਦਾ ਸਟੇਸ਼ਨ ਆਇਆ। ਉਸ ਸਟੇਸ਼ਨ ਤੇ ਬੜਾ ਹੀ ਮੋਹ ਜਿਹਾ ਉਮੜਿਆ। ਆਸ-ਪਾਸ ਦੀਆਂ ਢਿੱਗਾਂ ਨੂੰ, ਝੁੱਗੀਆਂ ਨੂੰ, ਰੇੜੀਆਂ ਨੂੰ, ਦੁਕਾਨਾਂ ਨੂੰ, ਕਾਲੇ ਪੀਲੇ ਲੋਕਾਂ ਨੂੰ ਪਿਆਰ ਨਾਲ ਤੱਕਿਆ, ਗੌਰ ਨਾਲ ਨਿਹਾਰਿਆ, ਇਹ ਸੋਚ ਕੇ ਕਿ ਇਹ ਸਭ ਤੂੰ ਰੋਜ਼ ਟ੍ਰੇਨ ਫੜਨ ਆਉਂਦੀ ਹੋਈ ਵੇਖਦੀ ਹੋਵੇਂਗੀ। ਇਹੀ ਤਾਂ ਰਾਹ ਹੈ ਜਿੱਥੋਂ ਤੂੰ ਰੋਜ਼ ਗੁਜ਼ਰਦੀ ਹੋਵੇਂਗੀ। ਬੋਝ ਕੇ ਕਦਮ ਧਰਦਾ ਮੈਂ ਤੇਰੇ ਫਲੈਟ ਤੱਕ ਪੁੱਜਾ। ਦਿਲ ਦੀ ਧੜਕਣ ਸੀ ਕਿ ਮੈਨੂੰ ਸੁਣਾਈ ਦੇ ਰਹੀ ਸੀ। ਆਉਣ ਤੋਂ ਪਹਿਲਾਂ ਮੈਂ ਤੈਨੂੰ ਫੋਨ ਨਹੀਂ ਸੀ ਕੀਤਾ। ਮਤੇ ਕਿਤੇ ਤੂੰ ਮਨਾ ਕਰ ਦਵੇਂ, ਆਖ ਦੇਵੇਂ ਤੂੰ ਘਰ ਨਹੀਂ ਹੋਵੇਂਗੀ ਜਾਂ ਕੋਈ ਹੋਰ ਬਹਾਨਾ। ਇਸ ਲਈ ਮੈਂ ਤਾਂ ਤੇਰੇ ਉਸੇ ਸਾਫ਼ ਗੋਈ ਵਾਲੇ ਇਨਵੀਟੇਸ਼ਨ ਨੂੰ ਹੀ ਮੱਦੇ ਨਜ਼ਰ ਰੱਖਣਾ ਚਾਹੁੰਦਾ ਸਾਂ ਤੇ ਹਰ ਹਾਲਤ 'ਚ ਅੱਜ ਤੇਰੇ ਘਰ ਆਉਣਾ ਚਾਹੁੰਦਾ ਸਾਂ। ਆਉਂਦੇ ਹੋਏ ਰਾਹ 'ਚ ਸੋਚ ਵੀ ਰਿਹਾ ਸਾਂ ਕਿ ਇੰਨੇ ਮਹੀਨਿਆਂ ਤੋਂ ਹੁਣ ਤੱਕ ਮੈਂ ਤੇਰੇ ਘਰ ਆਇਆ ਹੀ ਕਿਉਂ ਨਹੀਂ ਆਇਆ। ਮੈਂ ਬੈਲ ਕੀਤੀ, ਤੂੰ ਦਰਵਾਜ਼ਾ ਖੋਲ੍ਹਿਆ। ਮੈਨੂੰ ਵੇਖ ਕੇ ਉਹੀ ਗਰਮਜੋਸ਼ੀ ਵਾਲੀ ਮੁਸਕਰਾਹਟ ਬਿਖੇਰੀ। ਮੈਂ ਧੜਕਦੇ ਦਿਲ ਨਾਲ ਅੰਦਰ ਗਿਆ। ਛੋਟੇ ਜਿਹੇ ਪਿਆਰੇ ਜਿਹੇ ਫਲੈਟ 'ਚ ਕਲਾਸਿਕ ਸਿਟਿੰਗ ਰੂਮ 'ਚ ਬੈਠਾ ਹੀ ਸਾਂ ਕਿ ਇੱਕ ਗੰਭੀਰ ਤੇ ਮੈਚੁਰ ਲੁੱਕ ਵਾਲਾ ਬੰਦਾ ਅੰਦਰ ਆਇਆ। ਤੂੰ ਵੀ ਮਗਰ ਹੀ ਅੰਦਰ ਆਈ। ਉਹ ਤੇਰਾ ਪਤੀ ਸੀ। ਤੂੰ ਮੈਨੂੰ ਉਸ ਨਾਲ ਮਿਲਾਇਆ ਤੇ ਮੇਰੀ ਉਸ ਸਾਹਮਣੇ ਖੂਬ ਤਾਰੀਫ ਕੀਤੀ ਕਿ ਕਿਵੇਂ ਮੈਂ ਤੇਰੀ ਸਹਾਇਤਾ ਲਈ ਤਤਪਰ ਰਹਿੰਦਾ ਹਾਂ। ਮੈਨੂੰ ਪਹਿਲੀ ਵਾਰ ਤੇਰਾ ਇਸ ਤਰ੍ਹਾਂ ਸਿਫਤ ਕਰਨਾ ਬਹੁਤ ਹੀ ਫਾਰਮੈਲਿਟੀ ਵਾਲਾ ਜੈਸਚਰ ਲੱਗਾ। ਅਸੀਂ ਬੈਠ ਗਏ, ਚਾਹ ਪੀਤੀ ਗਈ। ਤੇਰਾ ਪਤੀ ਗੱਲਾਂ ਕਰ ਰਿਹਾ ਸੀ। ਤੂੰ ਉਸ ਦੀ ਗੱਲ ਇੰਨੇ ਧਿਆਨ ਨਾਲ ਸੁਣ ਰਹੀ ਸੀ ਕਿ ਮੈਨੂੰ ਲੱਗਾ ਤੂੰ ਤਾਂ ਹਰ ਇੱਕ ਦੀ ਗੱਲ ਇੰਨੇ ਹੀ ਧਿਆਨ ਨਾਲ ਸੁਣਦੀ ਹੈ। ਐਵੇਂ ਮੈਨੂੰ ਕਿਉਂ ਭੁਲੇਖਾ ਲੱਗਾ ਸੀ ਕਿ ਤੂੰ ਸਿਰਫ ਮੇਰੀ ਹੀ ਗੱਲ ਬਹੁਤ ਧਿਆਨ ਨਾਲ ਸੁਣਦੀ ਹੈ। ਪਰ ਝਾਟੀ ਮੈਂ ਆਪਣੀ ਗੱਲ ਕੰਨਾਂ ਪਿੱਛੇ ਮਾਰੀ ਤੇ ਉੱਠ ਕੇ ਜਾਣ ਲਈ ਤਿਆਰ ਹੋ ਗਿਆ। ਨਹੀਂ, ਤੁਸੀਂ ਖਾਣਾ ਖਾਦੇ ਬਿਨਾਂ ਨਹੀਂ ਜਾਓਗੇ, ਤੂੰ ਕਿਹਾ ਤੇ ਫਿਰ ਤੇਰੇ ਪਤੀ ਨੇ ਵੀ ਬਹੁਤ ਕਿਹਾ। ਮੈਂ ਰੁਕ ਗਿਆ। ਪਤਾ ਲੱਗਾ ਤੇਰਾ ਪਤੀ ਬੰਬਈ ਤੋਂ ਬਾਹਰ ਜਾ ਰਿਹਾ ਹੈ, ਉਸਦੀ ਰਾਤ ਦੀ ਟ੍ਰੇਨ ਹੈ ਤੇ ਇਸੇ ਲਈ ਤੂੰ ਉਸ ਨੂੰ ਵਿਦਾ ਕਰਨ ਦੀ ਮਾਰੀ ਅੱਜ ਫਿਲਮ ਸਿਟੀ ਸਟੂਡੀਓ ਨਹੀਂ ਜਾਣਾ ਚਾਹੁੰਦੀ ਸੀ। ਤੇਰਾ ਭੱਜ ਕੇ ਪਤੀ ਦੀ ਜਾਣ ਦੀ ਪੈਕਿੰਗ ਕਰਨਾ, ਬਾਰ-ਬਾਰ ਆ ਕੇ ਨਿੱਕੀ ਗੱਲ ਨੂੰ ਪੁੱਛਣਾ, ਉਸਦੇ ਰੁਮਾਲ, ਟਾਈਆਂ
ਉਸਦੇ ਬੂਟ ਚੱਪਲਾਂ ਕਾਗਜ਼ ਪੱਤਰ ਰੱਖਣੇ ਤੇ ਨਾਲ ਕਿਚਨ 'ਚ ਵੀ ਜਾ ਕੇ ਖਾਣੇ ਦੀ ਤਿਆਰੀ ਕਰਨਾ। ਮੈਂ ਤਾਂ ਬਸ ਬਾਰ-ਬਾਰ ਜਾਂ ਤਾਂ ਚੱਲਦੇ ਹੋ ਟੀਵੀ ਨੂੰ ਵੇਖ ਰਿਹਾ ਸਾਂ ਜਾਂ ਤੇਰੇ ਕਦਮਾਂ ਦੀ ਆਹਟ ਸੁਣ ਰਿਹਾ ਸਾਂ ਜੋ ਤੇਜ਼ੀ ਨਾਲ ਸਾਰੇ ਘਰ 'ਚ ਘੁੰਮ ਰਹੇ ਸਨ। ਤੂੰ ਕਮਰੇ 'ਚ ਆਉਂਦੀ ਤਾਂ ਪਤੀ ਨੂੰ ਹੀ ਕੁਝ ਪੁੱਛ ਕੇ ਮੁੜ ਜਾਂਦੀ, ਮੇਰੇ ਵੱਲ ਇੱਕ ਨਜ਼ਰ ਵੀ ਸੁੱਟ ਕੇ ਨਾ ਜਾਂਦੀ। ਫਿਰ ਟੇਬਲ ਤੇ ਤੇਰਾ ਪਲੇਟਾਂ ਗਲਾਸ ਲਗਾਉਣਾ, ਖਾਣੇ ਦੇ ਡੋਂਗੇ ਲਿਆ ਰੱਖਣਾ, ਫਿਰ ਪਲੇਟਾਂ 'ਚ ਖਾਣਾ ਪਰੋਸਣਾ, ਫਿਰ ਖਾਣਾ ਖਾਣਾ। ਇਸ ਸਭ ਪ੍ਰਕਿਰਿਆ 'ਚ ਤੇਰਾ ਸਿਰਫ ਤੇ ਸਿਰਫ ਆਪਣੇ ਪਤੀ ਵੱਲ ਹੀ ਧਿਆਨ ਦੇਣਾ। ਇੰਜ ਲੱਗਦਾ ਸੀ ਮੈਂ ਕਮਰੇ 'ਚ ਹਾਂ ਹੀ ਨਹੀਂ। ਇੱਕ ਵਾਰ ਤਾਂ ਜੀ ਕੀਤਾ ਮੈਂ ਆਪਣੇ ਆਪ ਨੂੰ ਛੂ ਕੇ ਵੇਖਾਂ, ਮੈਂ ਹਾਂ ਵੀ ਕਿ ਨਹੀਂ। ਤੁਸੀਂ ਤਾਂ ਲਿਆ ਹੀ ਕੁਝ ਨਹੀਂ, ਹੋਰ ਖਾਓ ਨਾ। ਤੂੰ ਕਿਹਾ, ਐਨੀ ਓਪਰੀ ਆਵਾਜ਼, ਐਨੀ ਓਪਰੀ ਤੱਕਣੀ, ਕਿਸ ਨੂੰ ਕਹਿ ਰਹੀ ਹੈ ਤੂੰ? ਮੈਨੂੰ? ਮੈਂ ਉੱਠ ਕੇ ਜਾਣ ਲਈ ਤਿਆਰ ਹੋ ਗਿਆ। ਤੇਰੇ ਪਤੀ ਨਾਲ ਹੱਥ ਮਿਲਾਇਆ, ਫਾਰਮੈਲਿਟੀ ਦੇ ਸ਼ਬਦ, ਨਾਈਸ ਟੂ ਮੀਟ ਯੂ, ਨਾਈਸ ਮੀਟਿੰਗ, ਹੈਪੀ ਜਰਨੀ, ਥੈਂਕ ਯੂ, ਬਾਏ ਬਾਏ ਆਦਿ ਕਹਿ ਸੁਣ ਲੈ ਗਏ ਤਾਂ ਮੈਂ ਪੌੜੀਆਂ ਉਤਰਨ ਲੱਗਾ। ਹਰ ਪੌੜੀ ਉਤਰਦਿਆਂ, ਹਰ ਪੌੜਾ ਉਤਰਦਿਆਂ ਲੱਗ ਰਿਹਾ ਸੀ ਮੈਂ ਖਾਲੀ ਹੁੰਦਾ ਜਾ ਰਿਹਾ ਹਾਂ।